ਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਿਤਨੇਮ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਦੀਆਂ ਹਾਜ਼ਰੀਆਂ ਭਰਨ ਦੇ ਯਤਨ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਨੁੱਖਤਾ ਦੀ ਜਿਹੜੀ ਜ਼ਿੰਦਗੀ ਹੈ ਇਹ ਬਿਲਕੁਲ ਰਾਜਿਆਂ ਦੀ ਤਰ੍ਹਾਂ ਬਤੀਤ ਹੁੰਦੀ ਹੈ। ਧਾਰਮਿਕ ਦੁਨੀਆਦਾਰੀ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਰਾਜੇ ਦੇ ਅਰਥ ਨੇ ਰੱਜਿਆ ਹੋਇਆ, ਜਿਹੜਾ ਹਰ ਇੱਕ ਪੱਖ ਤੋਂ ਰੱਜਿਆ ਹੋਇਆ ਹੈ। ਸੰਸਾਰੀ ਦਾ ਅਤੇ ਨਿਰੰਕਾਰ ਦੇ ਬੰਦੇ ਦੇ ਵਿੱਚ ਇਹੋ ਹੀ ਫਰਕ ਹੁੰਦਾ ਹੈ ਕਿ ਜਿਹੜੇ ਨਿਰੰਕਾਰ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜੇ ਨੇ, ਉਹ ਤਕਰੀਬਨ ਸਾਰੀਆਂ ਵਸਤੂਆਂ ਤੋਂ ਰੱਜ ਜਾਂਦੇ ਨੇ। ਇਹ ਨਹੀਂ ਹੈ ਕਿ ਉਹਨਾਂ ਦਾ ਪੇਟ ਭਰ ਗਿਆ ਤੇ ਰੱਜ ਗਏ। ਧਨ ਪੱਖੋਂ ਵੀ ਜਿੰਨਾ ਕੁ ਪਰਮਾਤਮਾ ਦੇ ਦਿੰਦਾ ਸਬਰ ਕਰ ਲੈਂਦੇ ਨੇ, ਸ਼ੁਕਰ ਦੇ ਵਿੱਚ ਰਹਿੰਦੇ ਹਨ। ਉਮਰ ਪੱਖੋਂ ਵੀ ਜਿੰਨੇ ਕੁ ਪਰਮਾਤਮਾ ਦੇ ਦਿੰਦਾ ਸਬਰ ਤੇ ਸ਼ੁਕਰ ਦੇ ਵਿੱਚ ਰਹਿੰਦੇ ਨੇ। ਹਮੇਸ਼ਾ ਹੀ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਜੋ ਪਰਮਾਤਮਾ ਨੇ ਦੇ ਦਿੱਤਾ ਹੈ। ਇਸ ਨੂੰ ਕਹਿੰਦੇ ਨੇ ਨਿਰੰਕਾਰੀ ਮਨੁੱਖ ਹੈ। ਇੱਕ ਹੈ ਸੰਸਾਰੀ ਬੰਦਾ। ਸੰਸਾਰੀ ਬੰਦਾ ਸਦਾ ਬਹਾਰ ਇਸ ਵਾਸਤੇ ਭੁੱਖਾ ਰਹਿ ਜਾਂਦਾ ਹੈ ਕਿ ਇਹ ਇੱਕ ਚੀਜ਼ ਨੂੰ ਤੇ ਕਬੂਲ ਕਰਦਾ ਹੈ, ਦੂਜੀ ਨੂੰ ਇਹ ਕਬੂਲ ਨਹੀਂ ਕਰਦਾ। ਬਚਪਨਾ ਇਹਨੇ ਕਬੂਲ ਕਰ ਲਿਆ ਸੀ, ਜਵਾਨੀ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਕਬੂਲ ਕੀਤਾ, ਹੁਣ ਬੁਢੇਪੇ ਨੂੰ ਕਬੂਲ ਨਹੀਂ ਕਰਦਾ। ਸੁੱਖ ਨੂੰ ਕਬੂਲ ਕਰ ਲਿਆ, ਦੁੱਖ ਨੂੰ ਕਬੂਲ ਨਹੀਂ ਕੀਤਾ। ਦਿਨ ਨੂੰ ਕਬੂਲ ਕਰਦਾ, ਰਾਤ ਨੂੰ ਕਬੂਲ ਨਹੀਂ ਕਰਦਾ। ਚੰਗੇ ਨੂੰ ਕਬੂਲ ਕਰਦਾ, ਮੰਦੇ ਨੂੰ ਕਬੂਲ ਨਹੀਂ ਕਰਦਾ। ਜੰਮਣ ਨੂੰ ਕਬੂਲ ਕਰਦਾ, ਮਰਨ ਨੂੰ ਕਬੂਲ ਨਹੀਂ ਕਰਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਜੇ ਸੰਸਾਰੀ ਬਣੇ ਤੇ ਤੈਨੂੰ ਇਹ ਦੋਨੇ ਚੀਜ਼ਾਂ ਕਬੂਲ ਕਰਨੀਆਂ ਪੈਣੀਆਂ ਨੇ। ਚੰਗਾ ਮੰਦਾ ਵੀ, ਸੁੱਖ ਦੁੱਖ ਵੀ, ਸਵਰਗ ਨਰਕ ਵੀ, ਜਵਾਨੀ ਵੀ ਤੇ ਬੁਢੇਪਾ ਵੀ, ਇਹ ਤੈਨੂੰ ਕਬੂਲ ਕਰਨੇ ਹੀ ਪੈਣੇ ਨੇ। ਜੇ ਤਾਂ ਤੂੰ ਸੰਸਾਰੀ ਬਣ ਕੇ ਰਹਿਣਾ ਵੀ ਕੇਵਲ ਇਕੱਲਾ ਸੰਸਾਰੀ ਬਣ ਕੇ ਰਵਾਂ, ਫਿਰ ਤਾਂ ਮਹਾਰਾਜ ਕਹਿੰਦੇ ਇਹਨਾਂ ਨੂੰ ਹੱਸ ਕੇ ਕਬੂਲ ਕਰ ਲਿਆ ਕਰ, ਕਿਉਂਕਿ ਜਿੰਨਾ ਸੰਸਾਰ ਹੈ ਸਾਰੇ ਸੰਸਾਰ ਦੇ ਉੱਪਰ ਇਹੀ ਮਰਜ਼ਾਦਾ ਪਰਮਾਤਮਾ ਦੀ ਚੱਲਦੀ ਹੈ। ਕੋਈ ਵੀ ਸੰਸਾਰੀ ਮਨੁੱਖ ਐਸਾ ਨਹੀਂ ਹੈ ਜਿਹਦੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ। ਕੋਈ ਵੀ ਸੰਸਾਰੀ ਮਨੁੱਖ ਐਸਾ ਨਹੀਂ ਹੈ ਜਿਹਦੀ ਜ਼ਿੰਦਗੀ ਦੇ ਵਿੱਚ ਸੁੱਖ ਨਾ ਹੋਵੇ। ਸੁੱਖ ਵੀ ਸਭ ਦੀ ਜ਼ਿੰਦਗੀ ਦੇ ਵਿੱਚ ਨੇ, ਦੁੱਖ ਵੀ ਸਭ ਦੀ ਜ਼ਿੰਦਗੀ ਦੇ ਵਿੱਚ ਨੇ। ਚੰਗਾ ਮੰਦਾ, ਸਵਰਗ ਨਰਕ, ਦਿਨ ਰਾਤ, ਜੇ ਸੰਸਾਰ ਦੇ ਵਿੱਚ ਰਹਿਣਾ ਹੈ, ਸੰਸਾਰੀ ਬਣ ਕੇ ਰਹਿਣਾ ਤਾਂ ਮਹਾਰਾਜ ਕਹਿੰਦੇ ਫਿਰ ਇਹਨਾਂ ਦੋਨਾਂ ਨੂੰ ਕਬੂਲ ਕਰ ਲੈ। ਇੱਕ ਨੂੰ ਕਬੂਲ ਕਰਿਆ ਗੱਲ ਨਹੀਂ ਬਣਨੀ। ਤੂੰ ਤਾਂ ਜਨਮ ਨੂੰ ਕਬੂਲ ਕਰਕੇ ਬੈਠ ਗਿਆ, ਹੁਣ ਮਰਨਾ ਵੀ ਕਬੂਲ ਤੇ ਤੈਨੂੰ ਕਰਨਾ ਪੈਣਾ। ਜਵਾਨੀ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਕਬੂਲ ਕਰਕੇ ਬੈਠ ਗਿਆ ਤੇ ਹੁਣ ਮਰਨੇ ਨੂੰ ਵੀ ਤੇ ਤੂੰ ਹੀ ਕਬੂਲ ਕਰੇਗਾ, ਹੋਰ ਕੌਣ ਕਰੇਗਾ।
ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਿਰੰਕਾਰੀ ਮਨੁੱਖ ਜਿਹੜਾ ਹੈ ਪਰਮੇਸ਼ਰ ਦੇ ਨਾਲ ਜਾਂ ਤੇ ਸੰਸਾਰੀ ਬਣ ਕੇ ਰਿਹਾ ਤੇ ਸੰਸਾਰ ਦੀਆਂ ਇਹ ਸਾਰੀਆਂ ਗੱਲਾਂ ਕਬੂਲ ਕਰ ਲੈ, ਜੇ ਨਹੀਂ ਕਬੂਲ ਕਰਨੀਆਂ ਤੇ ਫਿਰ ਨਿਰੰਕਾਰ ਦੇ ਘਰ ਦੇ ਵਿੱਚ ਆ ਜਾ, ਇਹਨਾਂ ਗੱਲਾਂ ਤੋਂ ਉੱਚਾ ਉੱਠ ਖੜ। ਦੋਨੇ ਕੰਮਾਂ 'ਚ ਇੱਕ ਕੰਮ ਤੇ ਕਰਨਾ ਪਵੇਗਾ। ਜਾਂ ਤਾਂ ਸੰਸਾਰੀ ਬਣ ਕੇ ਸੁੱਖ ਦੁੱਖ ਚੰਗਾ ਮੰਦਾ ਸਹਿੰਦਾ ਰਹੇ, ਜਾਂ ਨਿਰੰਕਾਰੀ ਬਣ ਜਾ। ਜਦੋਂ ਤੂੰ ਪਰਮੇਸ਼ਰ ਦੇ ਨਾਲ ਜੁੜ ਗਿਆ, ਇਹ ਵਸਤੂਆਂ ਬਹੁਤ ਥੱਲੇ ਰਹਿ ਜਾਣੀਆਂ ਨੇ, ਸੁੱਖ ਦੁੱਖ ਬਹੁਤ ਥੱਲੇ ਰਹਿ ਜਾਣਾ, ਚੰਗਾ ਮੰਦਾ ਦਿਨ ਰਾਤ ਥੱਲੇ ਰਹਿ ਜਾਣੇ ਨੇ। ਜਾਂ ਨਿਰੰਕਾਰੀ ਬਣ ਜਾ, ਸੰਸਾਰ ਦੀ ਯਾਤਰਾ ਤੋਂ ਉੱਚਾ ਉੱਠ ਪਏ। ਪਰ ਜਿਉਂ ਹੀ ਮਨੁੱਖ ਸੰਸਾਰ ਤੋਂ ਉੱਚਾ ਉੱਠਦਾ ਹੈ ਤੇ ਸੰਸਾਰ ਇਸ ਨੂੰ ਕਦੇ ਕਬੂਲ ਨਹੀਂ ਕਰਦਾ, ਕਿਉਂਕਿ ਸੰਸਾਰ ਉਸੇ ਨੂੰ ਕਬੂਲ ਕਰਦਾ ਜਿਹੜਾ ਆਪਣੀ ਮਰਿਆਦਾ ਦੇ ਵਿੱਚ ਰਹਿੰਦਾ, ਸੰਸਾਰ ਦੇ ਵਿੱਚ ਰਹਿੰਦਾ। ਜਿਹੜੇ ਸੰਸਾਰ ਤੋਂ ਉੱਚੇ ਉੱਠ ਖੜੇ ਨਿਰੰਕਾਰੀ ਪੁਰਖ ਬਣ ਗਏ, ਉਹਨਾਂ ਨੂੰ ਸੰਸਾਰ ਨੇ ਕਬੂਲ ਨਹੀਂ ਕੀਤਾ। ਸੰਸਾਰ ਨੇ ਉਹਨਾਂ ਨਾਲ ਇਹੋ ਜਿਹੇ ਕਰਮ ਕੀਤੇ ਨੇ ਜਿਹੜੇ ਸੰਸਾਰ ਦੇ ਵਿੱਚ ਹੋਰ ਕਿਸੇ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਹੋਣ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਕਿਸੇ ਮਹਾਂਪੁਰਖ ਨੂੰ ਨਹੀਂ ਬਿਠਾਇਆ ਗਿਆ ਸੀ। ਭਾਈ ਮਤੀ ਦਾਸ ਸਤੀ ਦਾਸ ਦਿਆਲੇ ਵਰਗੇ ਜਿਹੜੇ ਸੰਸਾਰ ਤੋਂ ਉੱਚੇ ਉੱਠ ਖੜੇ, ਸੰਸਾਰ ਨੇ ਇਹਨਾਂ ਨੂੰ ਕਬੂਲ ਨਹੀਂ ਕੀਤਾ। ਔਰ ਜਿਹੜੇ ਨਿਰੰਕਾਰੀ ਬਣ ਗਏ, ਉਹ ਇਹਨਾਂ ਵਸਤੂਆਂ ਤੋਂ ਜੰਮਣ ਮਰਨ ਤੋਂ ਰਹਿਤ ਹੋ ਗਏ। ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਤੁੱਛ ਸਮਝ ਲਿਆ ਹੈ। ਬੁੱਲੇ ਨਿਸ਼ਾਨੇ 'ਤੇ ਆਪਣੀ ਕਲਮ ਦੇ ਨਾਲ ਲਿਖਿਆ ਕਿ ਰੱਬ ਦੇ ਜਿੰਨੇ ਭਗਤ ਨੇ, ਜਿੰਨੇ ਨਿਰੰਕਾਰੀ ਪਰਮੇਸ਼ਰ ਦੇ ਪਿਆਰੇ ਹੋਏ ਨੇ, ਜਰਾ ਉਹਨਾਂ ਦੇ ਇਤਿਹਾਸ 'ਤੇ ਨਜ਼ਰ ਮਾਰ ਲਿਓ। ਜਦੋਂ ਤੁਸੀਂ ਰੱਬ ਦੇ ਨਾਲ, ਰੱਬ ਦੇ ਵਿੱਚ ਲੀਨ ਹੋ ਗਏ, ਫਿਰ ਤੇ ਰੱਬ ਨੇ ਵੀ ਆਪਣੇ ਭਗਤਾਂ ਦੇ ਨਾਲ ਕੀ ਕੁਝ ਸੰਸਾਰ ਦੇ ਵਿੱਚ ਕਰਵਾਇਆ ਤੁਹਾਡੇ ਸਾਹਮਣੇ ਹੈ। ਬੁੱਲੇ ਸ਼ਾਹ ਆਪਣੀ ਕਲਮ ਦੇ ਨਾਲ ਲਿਖਦਾ ਹੈ, ਪਾਪਾਂ ਦੇ ਖਲਵਾੜੇ ਬੱਧੇ, ਨਾ ਧਰਮ ਦੀ ਵਧੀ ਪੂਲੀ। ਪੂਲੀ ਤੇ ਖਲਵਾੜੇ ਆਪ ਜੀਆਂ ਨੂੰ ਪਤਾ ਹੈ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੂਲੀ ਕਿਸ ਨੂੰ ਕਹਿੰਦੇ ਸਨ। ਪਾਪਾਂ ਦੇ ਖਲਵਾੜੇ ਬੱਧੇ, ਨਾ ਧਰਮ ਦੀ ਵਧੀ ਪੂਲੀ। ਜ਼ਕਰੀਆ ਦੇ ਤਨ ਕੀੜੇ ਪਾਏ, ਉਹਨੂੰ ਕਰਨੀ ਮਿਲੀ ਨਾ ਚੂਲੀ। ਸ਼ਮਸ ਤਬਰੇਜ਼ ਦੀ ਖਲ ਲੋਹਾਈ, ਮਨਸੂਰ ਚੜਾਇਆ ਸੋਲੀ। ਬੰਦਿਆ ਰੱਬ ਨੇ ਆਪਣੇ ਭਗਤਾਂ ਨਾਲ ਇਹ ਕੁਛ ਕੀਤਾ, ਤੂੰ ਕਿਹੜੇ ਬਾਗ ਦੀ ਮੂਲੀ। ਬੁੱਲੇ ਸ਼ਾਹ ਲਿਖਦੇ ਨੇ, ਰੱਬ ਨੇ ਆਪਣੇ ਭਗਤਾਂ ਦੇ ਨਾਲ ਇਹ ਕੁਛ ਕੀਤਾ ਹੈ। ਸ਼ਮਸ ਤਬਰੇਜ਼ ਦੀ ਖਲ ਲੋਹਾਈ, ਮਨਸੂਰ ਨੂੰ ਚਾੜਿਆ ਸੂਲੀ। ਸੰਸਾਰ ਨੇ ਕਿੱਥੇ ਕਬੂਲ ਕਰਨਾ ਸੀ। ਜਿਉਂ ਮਨੁੱਖ ਸੰਸਾਰ ਤੋਂ ਉੱਚਾ ਉੱਠਣ ਦੇ ਯਤਨ ਕਰਦਾ, ਸੰਸਾਰ ਉਸ ਨੂੰ ਕਬੂਲ ਨਹੀਂ ਕਰਦਾ। ਤੇ ਸੰਸਾਰੀ ਅਤੇ ਨਿਰੰਕਾਰੀ ਮਨੁੱਖ ਦੇ ਵਿੱਚ ਫਰਕ ਇਹੋ ਹੀ ਹੈ, ਸੰਸਾਰੀ ਤੇ ਦੁੱਖ ਆ ਜਾਵੇ ਉਹ ਬੜਾ ਤੜਫਦਾ ਹੈ, ਰੋਂਦਾ ਹੈ, ਕਰਲਾਉਂਦਾ ਹੈ, ਬੜੇ ਬਿਰਲਾਪ ਕਰਦਾ ਹੈ। ਨਿਰੰਕਾਰੀ ਨਾਲ ਭਾਵੇਂ ਕੋਈ ਕਤਰਾ ਕਤਰਾ ਕਰਕੇ ਵੱਢਿਆ ਜਾਵੇ, ਕਦੇ ਸੀ ਨਹੀਂ ਕਰਦਾ। ਅਪੇਦ ਹੋ ਗਏ ਨੇ, ਅਪੇਦ ਹੋ ਜਾਂਦੇ ਨੇ ਉਹ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹੁਣ ਮਰਜ਼ੀ ਤੇਰੇ ਤੇ ਖੜੀ ਹੈ ਕਿ ਤੂੰ ਸੰਸਾਰੀ ਬਣਨਾ ਚਾਹੁੰਦਾ ਹੈ ਜਾਂ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਤੂੰ ਨਿਰੰਕਾਰੀ ਬਣਨਾ ਚਾਹੁੰਦਾ ਹੈ। ਕਿਉਂਕਿ ਸਭ ਤੋਂ ਸ੍ਰੇਸ਼ਟ ਜੀਵਨ ਕੇਵਲ ਤੇ ਕੇਵਲ
ਮਨੁੱਖ ਨੂੰ ਮਿਲਿਆ ਹੋਇਆ ਹੈ। ਜੇ ਆਪ ਤੋਂ ਵੱਡੇ ਨਾਲ ਜੁੜੇਗਾ ਪਰਮੇਸ਼ਰ ਦੇ ਨਾਲ ਤੇ ਪਰਮੇਸ਼ਰ ਦਾ ਰੂਪ ਹੋ ਜਾਏਗਾ, ਛੋਟਿਆਂ ਨਾਲ ਜੁੜੇਗਾ ਤੇ ਛੋਟਾ ਹੋ ਜਾਵੇਗਾ। ਮਰਜ਼ੀ ਤੇਰੇ ਤੇ ਖੜੀ ਹੈ। ਇਹ ਮਰਜ਼ੀ ਤੇਰੇ ਤੇ ਖੜੀ ਹੈ। ਜਿਹੜੀ 84 ਲੱਖ ਜੋਨ ਹੈ, ਇਸ ਜੋਨੀਆਂ ਦੇ ਵਿੱਚੋਂ ਸ੍ਰੇਸ਼ਟ ਜੋਨੀ ਤੈਨੂੰ ਮਿਲੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਸਵਈਆਂ ਦੇ ਵਿੱਚ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੇਂਗੇ। ਇੱਕ ਤਾਂ ਥਲਚਰ ਜੋਨੀਆਂ ਨੇ, ਇੱਕ ਜਲ ਕਰ ਜੋਨੀਆਂ ਹਨ, ਇੱਕ ਨਿਸ਼ਚਰ ਜੋਨੀਆਂ ਹਨ। 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਏ ਕਰੋ। 42 ਲੱਖ ਜੋਨ ਪਾਣੀ ਦੇ ਵਿੱਚ ਵਸਦੀ ਹੈ। 21 ਲੱਖ ਜੋਨ ਧਰਤੀ ਤੇ ਵਸਦੀ ਹੈ, ਔਰ 21 ਲੱਖ ਜੋਜਨ ਨਿਸ਼ਚਰ ਉਸ ਦੇ ਵਿੱਚ ਵਸਦੀ ਹੈ। 84 ਤਿੰਨ ਜਗ੍ਹਾ ਤੇ ਇਹ ਜੋਨੀਆਂ ਵੰਡੀਆਂ ਨੇ, ਕਿਉਂਕਿ ਕਈ ਜੋਨੀਆਂ ਨੇ ਜਿਹੜੀਆਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀਆਂ, ਕਈ ਜੋਨੀਆਂ ਨੇ ਜਿਹੜੀ ਧਰਤੀ ਤੋਂ ਬਿਨਾਂ ਨਹੀਂ ਰਹਿ ਸਕਦੀਆਂ, ਤੇ ਕਈ ਜੋਨੀਆਂ ਨੇ ਜਿਹੜੀਆਂ ਆਕਾਸ਼ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਤਿੰਨ ਜਗ੍ਹਾ ਤੇ ਜੋਨੀਆਂ ਨੂੰ ਵੰਡਿਆ। ਥਲਚਰ, ਜਲਤਰ ਅਤੇ ਨਿਸ਼ਚਰ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਸੱਪਾਂ ਦਾ ਰਾਜਾ ਸ਼ੇਸ਼ਨਾਗ, ਭੂਤ ਭਵਿੱਖ ਭਵਾਨ ਜਪੈਂਗੇ। ਜਿੰਨੀ ਵੀ ਸਾਰੀ ਦੀ ਸਾਰੀ ਸ੍ਰਿਸ਼ਟੀ ਹੈ, ਦਾਨਵ ਹੈ, ਦੇਵ ਹੈ, ਫਨਿੰਦ ਹੈ, ਨਿਸਾਚਰ ਹੈ, ਇਹ ਸਭ ਦੇ ਸਭ ਪਰਮੇਸ਼ਰ ਦਾ ਗਾਇਨ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਅਸੀਂ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਪੜ੍ਹਦੇ ਹਾਂ। ਜਾਪ ਸਾਹਿਬ ਪੜ੍ਹਦਿਆਂ ਨਾਲ ਹੀ ਨਾਲ ਤਪ ਪ੍ਰਸਾਦ ਸਵਈਏ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੇ, ਉਹ ਅਸੀਂ ਪੜ੍ਹਦੇ ਹਾਂ। ਆਪ ਜੀ ਤਕਰੀਬਨ ਲੰਬਾ ਸਮਾਂ ਹੋ ਗਿਆ ਸਵਈਆਂ ਦੀ ਬਾਣੀ ਸੁਣਦਿਆਂ ਨੂੰ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਕਾਸ਼ਮਈ ਜੀਵ, ਇਹ ਸਭ ਦੇ ਸਭ ਨੇ ਜਿਹੜੀਆਂ ਸਾਰੀਆਂ ਜੋਨੀਆਂ ਪਰਮੇਸ਼ਰ ਨੂੰ ਗਾ ਰਹੀਆਂ ਨੇ। ਨਿਸਾਚਰ, ਭੂਤ ਪ੍ਰੇਤ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਭੂਤ ਪ੍ਰੇਤ ਕੋਈ ਮਰ ਕੇ ਨਹੀਂ ਬਣਦਾ, ਉਹ ਦੁਨੀਆਦਾਰੀ ਦੀ ਗੱਲ ਹੈ। ਦੁਨੀਆਦਾਰੀ ਦੇ ਵਿੱਚ ਜੇ ਕਦੇ ਕਿਸੇ ਨੇ ਭੂਤ ਪ੍ਰੇਤ ਦੇਖਣੇ ਹੋਣ ਤੇ ਮਨੁੱਖਤਾ ਦੇ ਜਾਮੇ ਦੇ ਵਿੱਚ ਹੀ ਬਥੇਰੇ ਫਿਰਦੇ ਨੇ। ਉਹਨਾਂ ਨੂੰ ਭੂਤ ਪ੍ਰੇਤ ਹੀ ਕਿਹਾ ਜਾਂਦਾ ਜਿਨ੍ਹਾਂ ਕੋਲੇ ਬੈਠਣ ਵਾਸਤੇ ਕੋਈ ਤਿਆਰ ਨਾ ਹੋਵੇ। ਉਹਨਾਂ ਨੂੰ, ਜਿਨ੍ਹਾਂ ਦੇ ਕੋਲੇ ਕੋਈ ਬੈਠਣ ਵਾਸਤੇ ਤਿਆਰ ਨਹੀਂ, ਜਿਨ੍ਹਾਂ ਨੂੰ ਆਪਣੇ ਕੋਲੇ ਕੋਈ ਬਿਠਾਉਣ ਵਾਸਤੇ ਤਿਆਰ ਨਹੀਂ, ਸਮਝ ਲਓ ਵੀ ਭੂਤ ਪ੍ਰੇਤ ਹੀ ਨੇ, ਹੋਰ ਕੁਛ ਨਹੀਂ ਹੈ। ਇਹ ਦਰਜੇ ਮਿਲ ਜਾਂਦੇ ਨੇ ਨਾ। ਕਿਸੇ ਕਵੀ ਨੇ ਕਲਮ ਦੇ ਨਾਲ ਲਿਖਿਆ ਆਪਣੀ ਦੇ ਨਾਲ, ਕਹਿੰਦੇ ਕਿਸੇ ਕਿਸੇ ਮਰਦ ਕਾ ਸਵੇਰੇ ਉੱਠ ਨਾਮ ਲਈਏ, ਕਿਸੇ ਕਿਸੇ ਮਰਦ ਕੇ ਨਾਮ ਕੀ ਕਸਮ ਹੈ। ਕਿਸੇ ਕਿਸੇ ਮਰਦ ਕੀ ਦਾੜੀ ਕਾ ਕਰੋੜ ਮੁੱਲ, ਤੇ ਕਿਸੇ ਕਿਸੇ ਮਰਦ ਕੀ ਮੁੱਛ ਵੀ ਭਸਮ ਹੈ। ਕਿਸੇ ਕਿਸੇ ਮਰਦ ਕੇ
मुख में गुलाब अर्क, किसे किसे मर्द के मुख में गुलाब अर्क, ते किसे किसे मर्द के मुख दे विच गुलाब अर्क है। उहदे बोलण दी दुनिया उड़ीक करदी है कि कदों बोलेगा। किसे किसे मर्द का सवेरे उठ नाम लइए, किसे किसे मर्द के नाम की कसम है। जे दिने कोई बच्चा नाम भी लै दे, माँ बाप डांटते ने फलाने बंदे का नाम क्यों लैता इहो जिहे दा घरे अपने। किसे किसे मर्द के दाढ़ी का करोड़ मुल, करोड़ा मुल पै जाता है कि कोई आवेगा, कोई रब दे घर दियां गल्लां करेगा, सुनेगा ते सुनावेगा, करोड़ा मुल पैंदा है। किसे किसे मर्द की मुछ भी भस्म है, किसे नूं कोई मत्थे ला के भी राजी नहीं हुंदा। किसे किसे मर्द का जुगां तीक नाम रहे, ते किसे किसे मर्द का ज्योंदियां ही खत्म है। किसे मर्द का जुगां तीक नाम रहिंदा, दुनिया याद करदी है, ते किसे किसे मर्द का ज्योंदियां ही खत्म है। उन्होंने कोई ज्योंदियां नूं उहदा नाम नहीं लैके राजी अपने घरे। ये गुरु साहिब जी महाराज कहते हैं कि भूत प्रेत मर के नहीं, कोई जिउंदे जी ही तैनूं मिल जाने ने। जिहदे मुख दे विच गुलाब अर्क ना होवे, जिउंदे भूत प्रेत ने, होर की ने। जिस दे कोल कोई बैठण वास्ते तैयार ना होवे, अपने कोल कोई बिठाउण वास्ते तैयार ना होवे, जिउंदे भूत प्रेत ने, होर की ने। क्योंकि उन्होंने चंगा कर्म अपनी जिंदगी दे विच कीता नहीं, अगाहां वास्ते करना नहीं है। ते गुरु साहिब जी महाराज कहते जिन्हां ने कोई चंगा कर्म नहीं कीता, इहो जे बोल बोले हन, वो संसार तो भी मनुखता के रूप दे विचों भी पशुआं के रूप दे विच चले जाते हैं। संसारी भी नहीं रहिंदे, हो निरंकारी ते उन्होंने की बनना है। ते गुरु साहिब जी महाराज कहते तू आए संसार दे विच कुछ ना कुछ लाहा प्राप्त करने वास्ते आए हैं तू। तीन जगह ते ये जोनियां वंडियां गईयां ने, पानी वालियां, धरती वालियां ते आकाश। ते जपदे सारे दे सारे परमेश्वर का नाम जप रहे हैं। वो गल वखरी है कि मनुख थोड़ा जिहा हंकारी हो जाता है। हंकारी होया फिर इनू पता भी नहीं लगता कि अपनी जबान दे विचों की कह दिंदा है। जब इसनों पता नहीं ना लगता, घोर अत्याचार करता है, फिर गुरु साहिब जी महाराज कहते जिउंदे भूत प्रेत ने, कुछ भी नहीं है। जिंदगी अजाई चली जाती है। गुरु साहिब जी महाराजियां दी पावन पवित्र जिहड़े गुरबाणी नूं पढ़दे ने, गुरबाणी नूं सुणदे ने, बड़े प्यार सत्कार अदब सत्कार दे नाल उन्हां दीयां बातां। अते गुरु साहिब जी महाराज ने जे परमेश्वर दे कोई आखे ना लग्या, परमेश्वर दे आखे ना कोई लग्या, ते फिर गुरु साहिब जी महाराज का गुर इतिहास साडे कोल है कि गुरु हर राय साहिब जी महाराज ने अपने पुੱਤ नूं भी नहीं बख्शिया सी। राम राय गुरु हर राय साहिब जी महाराजियां दे सपुत्र सी, सपुत्र ने। महाराज ने जदों ये गया ना दिल्ली तख्त ते उत्थे जाके कहन लग्या जी ये जिहड़ी बाणी उचारण कीती है ना, मिट्टी मुसलमान की पेड़ है पई कुम्यार, घड़ भांडे इट्टां किया जल्दी करे पुकार। ये किसे लिखण वाले ने गलत लिखती, इत्थे मुसलमान नहीं, इत्थे बेईमान है, मिट्टी बेईमान की। ये जिहड़ा बेईमान शब्द है उर्दू का शब्द है।
उर्दू का शब्द है। बेईमान, मान तो बेईमान, असी कहते नहीं बेईमान, बेमैने, बेकीमती, ये जिन्ना शब्दां दे मुरे बे लग जाता है वो वखरे हो जाते हैं। बेईमान, बेईमान, ये उर्दू दे विच इसनूं मान जिसदा कोई ना होवे उन्हों बेईमान कहते हैं, जिहदा अपना कोई मान ना होवे। बेईमान। मुसलमान, मिटे मुसलमान की, गुरबाणी का शब्द, पर राम राय जी ने बदल दिता, कहते नहीं जी इत्थे तां लिखिया सी मिटे बेईमान की। ते एक गुरबाणी का शब्द बदलण दे नाल अर्थबोध जिहड़े है वो सारे दे सारे बदल जाते हैं। मिटे मुसलमान, मुसला एक तो जदों महांडण धर्म के नाल संबंधित वीर नवाजा पढ़ते हैं ना, उन्होंने जिहड़ी चटाई विछाउंदे ने उन्होंने मसला बोलते हैं गुरबाणी विच। कन्न मसला सूफ गल दिल काती गुड़वात, मुसला। मुसलमान, गुरु साहिब जी महाराज कहते हैं ये जिहड़ी मिट्टी है ये एक मुसला बनाया होया है मिट्टी का। यह मिट्टी का तेरा शरीर जिहड़ा है ਇਹਦਾ ਕਾਦਾ ਮਾਨ करी जाना। मान किस गल का करना है? एक मुसला मिट्टी का बनाया होया है ते ये मिट्टी का इहो जिहा बनाया होया है जदों एक बारी मिट्टी ढल गई फिर ये नहीं है भी ये विच सुराख करके ते उन्होंने दोबारे तैयार कर लेगा, दोबारे तैयार नहीं होनी। मिट्टी मुसलमान की पेड़ है पई कुम्यार, उपदेश सतगुरां दा सारियां वास्ते साझा है। इनू जदों कोई ग्रंथी सिंह पढ़ता है मिट्टी मुसलमान की, कहते महांडण धर्म नूं आखे। ये महांडण धर्म नूं नहीं आख्या सतगुरु महाराज जी ने। तो कई बारी जदों भाषा का ज्ञान नहीं हुंदा उदों मनुख अर्थां दे अनर्थ कर बैंदा है। इस वास्ते जेड़ा कोई मनुख परमात्मा दी शब्दां दा वर्णन करदा है उस मनुख वास्ते अति जरूरी है ये भाषा का ज्ञान होना। ते जे मनुख गुरबाणी दे अर्थां दे अनर्थ करदा है, मनुख जे पाप करदे एक गऊ नूं मार दे किड्डा वड्डा पाप है, जे दो गऊआं मारतियां किड्डा वड्डा पाप है, पापी हो गया ना मनुख। जेड़े मनुख ने गुरबाणी नूं गलत रूप दे विच पढ़ गया जां गुरबाणी दे अर्थ गलत कर गया, 100 गऊ मारन जिन्ना उसनों पाप लगता है। 100 गऊ मारन जिन्ना। ये जे असीं कह दईए ना गुरबाणी पढ़नी तो बड़ी सौखी है, इन्ना सौखा काम है नहीं। जे असीं कह दईए ना कथा करनी तो बड़ी सौखी है, इन्ना काम सौखा है नहीं। एडा वड्डा बापा पापां दा अधिकारी बन जाता है बंदा। और जे ये कथा करदा करदा विच कोई अपनियां होरना गल्लां लैके बैठ जावे, बड़ा पापां दा अधिकारी बन जाता है। भाषा का ज्ञान होवे, पूर्ण रूप दे विच मनुख सूझवान होवे, विस्तार वाला। ते जे कोई सूझवान है तो उस सूझवान नूं फिर गुरबाणी दे अर्थ बोध जदों सुणाउंदा असलीयत संगतां दे सामने रख दिंदा है। जे हुण सिद्धे रूप दे विच असीं पढ़ लईए मिट्टी मुसलमान की पेड़ है पई कुम्हार, ते समझ लो भी मुसलमान असीं किहनूं कहने, उधर चले गए अर्थ, अर्थां दे अनर्थ हो गए ना। पर इत्थे सतगुरां ने साडी देही नूं कहा। मुसल दे अर्थ ने
मुगल ये मुसल मिट्टी मिट्टी का एक बनाया होया मुसला, इहदा मान किस गल का करदा है? कबीरा धूर सकेल कै पुरियां बांधी देह। कबीर साहब जी महाराज, कबीर साहब जी कहते ने कबीर धुरियां सकेल कै धुरियां बांधी दे, पुरियां बांधी दे, पुरियां। कबीर साहब जी महाराज कहते ये मिट्टी दे नाल ना एक मिट्टी दियां उपर जिवें कोई पुराने जमाने च हुंदा सी ना पुड़ियां, हुण तां साडे कोले थैले चल गए, झोले चल गए, पुराने जमानिਆਂ ਦੇ ਵਿੱਚ पुड़ियां मिलदियां ਹੁੰਦੀਆਂ ਸੀ। हजे भी कई वैद हकीम जां दुकानदार ने जिहड़ी कोई छोटी चीज़ हुंदी है उहदी पुड़ी बन के दिंदे ने, मिलदी सी ना छोटी जी पुड़ी। कबीर साहब जी महाराज उसे नूं कहंदे ने पुरियां बांधी दे, ये तेरे शरीर दी एक पुड़ी बनी हुई है, उपर कागज लपेटिया होया जिहड़ी तेरी आ चमड़ी है, ते ये रेत दी पुड़ी बनी हुई है। जिस दिन ये खुल गई उसे दिन कबीर साहब जी महाराज कहते फिर इन्हें तेरे सामने नज़र आ जाना मिट्टी है, मिट्टी है, होर की है। मरन तो बाद 10 किलो 15 किलो मिट्टी रह जाती है, होर की है, कुछ भी नहीं। कबीर साहब जी महाराज कहते पुड़ी बनी हुई है एक, जां भज्जै तां ठीकर होवे, घाड़ घड़ी ना जाए। जदों ये पुड़ी खुल गई तो समझ ला फिर शरीर की जिन्नियां मर्जी घाड़तां घड़ी जाई, इन्हें दोबारे तेरे शरीर ने जुड़ना नहीं है। ये तो मिट्टी इहो जी है, ये तो मिट्टी इहो जी है, इन्हें दोबारे नहीं जुड़ना। तो इसनूं महाराज ने कहा सी मिट्टे मुसलमान की पेड़ै पई कुम्यार। इत्थे मुसलमान किसी धर्म की गल नहीं महाराज ने की सी, इत्थे तां गुरु साहब जी महाराज जी ने मुसले की गल की है कि जो शरीर रूपी तेरा ये चोला है, इनू उपरों उपरों महाराज ने लपेटिया होया है, इहदे विच एक रेत का बनिया होया है। मिट्टे मुसलमान के पेड़ है पई कुम्यार। पर राम राय ने की किया, पंक्ति बदलती, कहते महाराज उत्थे तां बेईमान लिखिया होया, मिट्टी बेईमान की। फिर जदों गुरु हर राय साहब जी महाराज नूं पता लग्या तो फिर हर राय साहब जी महाराज ने कह दिता सी कि ये साडा सपुत्र अज तो बाद साडे मत्थे ना लगे। इत्थे बस नहीं कीता सी, महाराज ने 2 वचन कीते सीगे अपने पुत्र नूं। एक तां कहा सी कि साडा पुੱਤ साडे मत्थे ना लगे, ते दूजा ये कहा सी कहंदा कहंदे जेड़ा साडे सपुत्र दे कोल बैठूगा वो साडा सिख नहीं होऊगा। एक पंक्ति बदलन दे, एक पंक्ति बदली सी महाराज दी, इन्ने ते ही वचन कीता सी महाराज ने। कहंदा जे महाराज कहंदे साडे मत्थे ना लगे ते नाल जेड़ा ओदे कोले बैठूगा वो भी साडा सिख नहीं होऊगा। 2 वचन महाराज ने कीते सीगे, वो साडा सिख नहीं होऊगा। ते जदों ये 72 करामातां राम राय ने दिखाइयां ते औरंगजेब ने इनू 72 पिंडां दी जायदाद बख्शी सी। जमीर उन्हां टाइमां दे विच पिंडां दी जायदाद जमीर बख्शदे सी, वो बख्शी सी। वो कित्थे सी? डेरा जमा दूण, जिन्हों असीं डेरा दूण जे कह दिंदे आ, इहदा असलियत नाम सी डेरा जमा दूण, डेरा दूण। राम राय नूं 72 पिंडां दी जायदाद बख्शती सी, देती सी उन्होंने। फिर इत्थे बस नहीं सी, इत्थे बस नहीं सी। फिर उन्हां समियां दे विच जदों गुरु हर राय साहब जी महाराज ने चोला छड्डिया ते फिर राम राय ने अदालती केस कीता सीगा कि मेरे पिता दी जिहड़ी जायदाद है उहदे विचों अद्धा हिस्सा मैनूं मिलना चाहिए, अद्धा हिस्सा मिलना चाहिए। क्योंकि प्यो उन्हां समियां दे विच कानून हुंदा सी कि जे प्यो सारी जमीन जायदाद घर बार किसे नूं दे गया जाउंदा
ਤੇ ਪਿਤਾ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਪੁੱਤਰ ਜਿਹੜਾ ਹੈ ਉਹਦੇ ਵਿੱਚੋਂ ਫੇਰ ਵੀ ਅੱਧ ਲੈ ਸਕਦਾ ਹੈ, ਫੇਰ ਵੀ ਉਹਦੇ ਵਿੱਚੋਂ ਅੱਧ ਲੈ ਸਕਦਾ ਹੈ। ਇਹ ਉਹਨਾਂ ਸਮਿਆਂ ਦੇ ਵਿੱਚ ਕਾਨੂੰਨ ਬਣਿਆ ਹੋਇਆ ਸੀ। ਜਿਸ ਤਰ੍ਹਾਂ ਸਮਾਜ ਦੇ ਵਿੱਚ ਅੱਜ ਕਾਨੂੰਨ ਦੇ ਮੁਤਾਬਕ ਸਭ ਦੀਆਂ ਸਭ ਚੀਜ਼ਾਂ ਚੱਲਦੀਆਂ ਨੇ, ਕਾਨੂੰਨ ਬਣਾਉਂਦੀਆਂ ਸਰਕਾਰਾਂ, ਉਹਨਾਂ ਸਮਿਆਂ ਦੇ ਵਿੱਚ ਬਣਿਆ ਹੋਇਆ ਸੀ। ਫਿਰ ਰਾਮ ਰਾਏ ਜੀਆਂ ਨੇ ਅਦਾਲਤੀ ਕੇਸ ਵੀ ਕੀਤਾ ਸੀਗਾ ਕਿ ਮੈਨੂੰ ਮੇਰੇ ਪਿਤਾ ਦੀ ਜਾਇਦਾਦ ਤੋਂ ਅੱਧਾ ਹਿੱਸਾ ਮਿਲਣਾ ਚਾਹੀਦਾ ਹੈ। ਬਸ ਨਿਰੰਕਾਰੀ ਦੇ ਵਿੱਚ ਅਤੇ ਸੰਸਾਰੀ ਦੇ ਵਿੱਚ ਆਹੀ ਫਰਕ ਹੁੰਦਾ ਹੈ। ਸੰਸਾਰੀ ਬੰਦੇ ਨੂੰ 72 ਪਿੰਡਾਂ ਦੀਆਂ ਜਾਇਦਾਦਾਂ ਮਿਲ ਗਈਆਂ ਫਿਰ ਵੀ ਨਹੀਂ ਰੱਜਦਾ, ਨਿਰੰਕਾਰੀ ਬੰਦਾ 2 ਡੰਗ ਦੀ ਭੋਜਨ ਛਕ ਕੇ ਫਿਰ ਵੀ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ। ਹੁਣ ਇਹ ਗੱਲ ਮਰਜ਼ੀ ਮਨੁੱਖ ਤੇ ਖੜੀ ਹੈ ਕਿ ਇਹਨੇ ਕੇਵਲ ਸੰਸਾਰੀ ਬਣ ਕੇ ਰਹਿਣਾ ਜਾਂ ਨਿਰੰਕਾਰੀ ਬਣਨਾ ਹੈ। ਇਹ ਮਰਜ਼ੀ ਹੁਣ ਇਸ ਤੇ ਆਪਣੇ ਤੇ ਖੜੀ ਹੈ ਕਿ ਇਹ ਮਨੁੱਖ ਅਕਸਰ ਚਾਹੁੰਦਾ ਕੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਨਾ ਮਲੇਸ਼ ਕੋ ਦਰਸ਼ਨ ਦੇ ਹੈ, ਨਾ ਹੈ ਮਲੇਸ਼ ਕੇ ਦਰਸ਼ਨ ਕਰ ਹੈ। ਨਾ ਮਲੇਸ਼ ਦੇ ਦਰਸ਼ਨ ਕਰਨੇ ਨੇ ਤੇ ਨਾ ਮਲੇਸ਼ ਨੂੰ ਦਰਸ਼ਨ ਦੇਣੇ ਨੇ। ਫਿਰ ਦਿੱਲੀ ਦੀਆਂ ਸੰਗਤਾਂ ਨੇ ਕਿਹਾ ਸੀ, ਮਹਾਰਾਜ ਕਹਿੰਦੇ ਜੇ ਇੱਕ ਮਨੁੱਖ ਇੰਨੇ ਕਰਮ ਕਰਦਾ ਉਹਦੀ ਖਾਤਰ ਹੁਣ ਤੁਸੀਂ ਸਾਰੀ ਦਿੱਲੀ ਥੋੜ੍ਹੋ ਛੱਡ ਦਿਓਗੇ, ਤੁਸੀਂ ਕਿਰਪਾ ਕਰਕੇ ਸਾਨੂੰ ਦਰਸ਼ਨ ਦੇ ਕੇ ਜਾਓ। ਦਿੱਲੀ ਦੀਆਂ ਸੰਗਤਾਂ ਦੀ ਇਹ ਬੇਨਤੀ ਮਹਾਰਾਜ ਦੇ ਅੱਗੇ ਆਈ ਸੀ। ਕਹਿੰਦੇ ਅਸੀਂ ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ। ਮਲੇਸ਼ ਬਖਸ਼ਿਆ ਮਹਾਰਾਜ ਨੇ, ਮਲੇਸ਼ ਨੂੰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਬਚਨ ਕੀਤੇ, ਕਹਿੰਦੇ ਇਹਨਾਂ ਨੂੰ ਦਰਸ਼ਨ ਨਹੀਂ ਦੇਣੇ। ਤੇ ਇਹੀ ਵਸਤੂਆਂ ਸੰਸਾਰ ਦੇ ਵਿੱਚ ਪ੍ਰਚਲਿਤ ਨੇ। ਅਸੀਂ ਕਹਿੰਦੇ ਆ ਕਿ ਫਲਾਣੇ ਬੰਦੇ ਦੇ ਘਰ ਤੋਂ ਅਸੀਂ ਪਾਸਾ ਵੱਟ ਕੇ ਲੰਘ ਜਾਣਾ, ਇਹਨੂੰ ਮੱਥੇ ਨਹੀਂ ਲਾਉਣਾ। ਸੰਸਾਰ ਦੇ ਵਿੱਚ ਵੱਖੋ ਵੱਖਰੀਆਂ ਰਹੁ ਰੀਤ ਰਿਵਾਜ ਚੱਲੇ ਨੇ। ਪੁਰਾਣੇ ਬਜ਼ੁਰਗ ਮਾਤਾਵਾਂ, ਤੁਸੀਂ ਬਜ਼ੁਰਗ ਬੈਠੇ ਹੋ, ਜਦੋਂ ਕੋਈ ਬਾਹਰ ਕਿਸੇ ਕੰਮ ਵਾਸਤੇ ਜਾਣਾ ਹੁੰਦਾ ਤੇ ਉਦੋਂ ਸੋਚਦੇ ਹੁੰਦੇ ਸੀ ਕਿ ਕੋਈ ਸਿਆਣਾ ਮਨੁੱਖ, ਚੰਗੇ ਕੰਮ ਕਰਨ ਵਾਲਾ ਮਨੁੱਖ ਲੰਘਦਿਆਂ ਦੇ ਮੱਥੇ ਲੱਗ ਜੇ, ਕੰਮ ਨੇਪਰੇ ਚੜ ਜੂਗਾ। ਹੁੰਦਾ ਸੀ ਨਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿ ਕੋਈ ਇਹੋ ਜਿਹਾ ਬੰਦਾ ਨਾ ਮੱਥੇ ਲੱਗ ਜੇ ਲੰਘਦਿਆਂ ਦੇ ਕਿ ਬਣਦਾ ਕੰਮ ਵੀ ਹੈ ਜਿਹੜਾ ਉਹ ਰੁਕ ਜਾਵੇ। ਕਿਸੇ ਕਿਸੇ ਮਰਦ ਕਾ ਸਵੇਰੇ ਉੱਠ ਨਾਮ ਲਈਏ, ਕਿਸੇ ਕਿਸੇ ਮਰਦ ਕੀ ਨਾਮ ਕੀ ਕਸਮ ਹੈ। ਜਿਹੜਾ ਮਨੁੱਖ ਸੰਸਾਰ ਦੇ ਵਿੱਚ ਚੰਗੇ ਕਰਮ ਕਰਦਾ ਹੈ ਉਹਨੂੰ ਦੁਨੀਆ ਉਡੀਕਦੀ ਹੈ ਕਿ ਸਾਡੇ ਗਲੀ ਵਿੱਚ ਦੀ ਕਦੋਂ ਲੰਘੇਗਾ। ਜਿਹੜਾ ਮਨੁੱਖ ਚੰਗੇ ਕਰਮ ਨਹੀਂ ਕਰਦਾ ਉਹ ਆਪਣੀ ਗਲੀ ਦੇ ਵਿੱਚ ਖੜਾ ਹੋਵੇ ਤਾਂ ਵੀ ਮਨੁੱਖ ਕਹਿੰਦਾ ਜੇ ਆਪਣੇ ਘਰ ਵਿੱਚ ਵੜ ਜੇ ਤੇ ਚੰਗੀ ਗੱਲ ਹੈ, ਕਿੱਥੇ ਮੱਥੇ ਲੱਗ ਗਿਆ। ਇਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਚੱਲਦਾ ਹੁੰਦਾ ਸੀ ਸਭ ਕੁਝ। ਅੱਜ ਹੁਣ ਇਹ ਨਾ ਸੋਚ ਲਿਓ ਕਿ ਮੱਥੇ ਲਾ ਕੇ ਚੱਲਿਆ ਕਰੀਏ ਕਿਸੇ ਨੂੰ। ਗੁਰੂ ਨਾਨਕ ਮਹਾਰਾਜ ਨੇ ਖੰਡਨ ਕੀਤਾ ਇਹਨਾਂ ਗੱਲਾਂ ਦਾ, ਬਿਲਕੁਲ ਬਿਲਕੁਲ ਖੰਡਨ ਕੀਤਾ। ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ। ਮਹਾਰਾਜ ਕਹਿੰਦੇ ਤੂੰ ਬਾਹਰ ਨਿਕਲੇਗਾ, ਕੰਮ ਧੰਦੇ ਨੂੰ ਜਾਵੇਂਗਾ, ਕਦੋਂ ਤੇਰੇ ਕੋਈ ਮਾੜਾ ਬੰਦਾ ਮੱਥੇ ਲੱਗੂਗਾ, ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖ ਲਈ ਕਿ ਤੂੰ ਕਿੰਨਾ ਕੁ ਚੰਗਾ ਹੈ। ਬੋਲੋ ਸਤਨਾਮ। ਤੂੰ ਆਪਣੀ ਪੀੜੀ ਥੱਲੇ ਪਹਿਲਾਂ ਹੀ ਸੋਟਾ ਮਾਰ ਲਈ ਕਿ ਤੂੰ ਕਿੰਨਾ ਕੁ ਚੰਗਾ ਹੈ। ਬਸ ਫਿਰ ਆਪਣੀ ਮੂਰਤੀ ਸੀਸੇ ਦੇ ਵਿੱਚ ਦੇਖ ਲਿਆ ਕਰ। ਮਹਾਰਾਜ ਕਹਿੰਦੇ ਫਿਰ ਸੀਸਾ ਉਹੋ ਜਿਹਾ ਮੁਖੜਾ ਤੈਨੂੰ ਦਿਖਾ ਦੂਗਾ ਜਿਹੋ ਜਿਹਾ ਤੂੰ ਹੈਗਾ, ਅੰਦਰੋਂ ਜਿਹੋ ਜਿਹਾ ਤੂੰ ਹੈਗਾ। ਮਹਾਰਾਜ ਜੀਆਂ ਨੇ ਬਚਨ ਇਹ ਫਿਰ ਕੀਤੇ ਨੇ, ਜਿੰਨੇ ਵੀ ਦੁਨੀਆਦਾਰੀ ਦੇ ਵਿੱਚ ਕਰਮ ਧਰਮ ਮਨੁੱਖ ਕਰਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਹਦੇ ਵਿੱਚ ਨਿਰਲੇਪਤਾ ਮਨੁੱਖ ਨੂੰ ਬਖਸ਼ੀ ਹੈ ਕਿ ਇਹ ਚੱਕਰ ਦੇ ਵਿੱਚ ਨਾ ਰਹੀਂ। ਤੂੰ ਆਪਣੇ ਆਪ ਦੇ ਝਾਤੀ ਮਾਰ ਲਿਆ ਕਰਕੇ ਤੂੰ ਕਿੰਨਾ ਕੁ ਚੰਗਾ ਹੈ। ਕੁਟੰਬ ਤੇ ਝਾਤੀ ਮਾਰ ਲਿਆ ਕਰਕੇ ਪਾਲਣ ਪੋਸ਼ਣਾ ਕੀਤੀ ਹੈ, ਕਿੰਨੇ ਕੁ ਚੰਗਿਆਂ ਦੀ ਕਰ ਦਿੱਤੀ ਹੈ। ਕਿੰਨਿਆਂ ਕੁ ਨੂੰ ਬਾਣੀ ਪੜ੍ਹਨ ਲਾਤਾ, ਕਿੰਨਿਆਂ ਕੁ ਨੂੰ ਅਰਥ ਬੋਧ ਕਰਨ ਸੁਣਾਤਾ, ਕਿੰਨਿਆਂ ਨੂੰ ਧਾਰਮਿਕ ਗ੍ਰੰਥ ਪੜ੍ਹਾਤੇ, ਕਿੰਨਿਆਂ ਨੂੰ ਧਰਮ ਦੇ ਵਿੱਚ ਲੈ ਕੇ ਆਇਆ, ਕਿੰਨਿਆਂ ਨੂੰ ਸੇਵਾ ਤੇ ਲਾਇਆ, ਕਿੰਨਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਨੇ, ਕਿੰਨਿਆਂ ਦੇ ਮੁੱਖ ਤੇ ਦਾੜਾ ਰੱਖਿਆ ਹੈ। ਤੂੰ ਆਪਣੇ ਤਲੇ ਆਪਣੇ ਨਜ਼ਰ ਮਾਰ ਕੇ ਦੇਖ ਲਿਆ ਕਰ। ਅੱਜ ਤੈਨੂੰ ਬਾਹਰ ਨਿਕਲ ਕੇ ਕੋਈ ਤੇਰੇ ਮੱਥੇ ਲੱਗੇਗਾ
ਉਹਨੂੰ ਤੋਂ ਮਾੜਾ ਮੰਨੇਗਾ, ਵਾਪਸ ਮੁੜ ਕੇ ਘਰ ਦੇ ਵਿੱਚ ਨਾ ਆਵੀਂ। ਮਹਾਰਾਜ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਹੀ ਦੇਖ ਲਿਆ ਕਰ। ਜੇ ਤੂੰ ਆਪ ਚੰਗਾ ਹੈ ਤੇ ਸਾਰਾ ਸੰਸਾਰ ਚੰਗਾ ਹੈ, ਜੇ ਤੂੰ ਆਪ ਮੰਦਾ ਹੈ ਤੇ ਤੈਨੂੰ ਸਾਰੇ ਦਾ ਸਾਰਾ ਸੰਸਾਰ ਮੰਦਾ ਹੀ ਨਜ਼ਰ ਆਵੇਗਾ। ਗੁਰੂ ਨਾਨਕ ਮਹਾਰਾਜ ਜੀ ਨੇ ਇਹਨਾਂ ਗੱਲਾਂ ਦਾ ਖੰਡਨ ਕੀਤਾ ਹੈ। ਮਲੇਸ਼ ਫਰਕ ਜ਼ਰੂਰ ਹੈ ਕਿ ਕਿਸੇ ਕਵੀ ਨੇ ਕਲਮ ਦੇ ਨਾਲ ਬੜਾ ਸੁੰਦਰ ਸੋਹਣਾ ਲਿਖਿਆ ਹੈ ਕਿ ਕਿਸੇ ਮਰਦ ਨੂੰ ਦੁਨੀਆ ਉਡੀਕਦੀ ਹੈ ਕਿ ਉਸਦੇ ਦਰਸ਼ਨ ਦਿਦਾਰੇ ਹੋ ਜਾਣ, ਤੇ ਕਿਸੇ ਦੇ ਜੇ ਅਚਾਨਚੱਕ ਹੀ ਸਾਹਮਣੇ ਆ ਜਾਵੇ ਤੇ ਮਨੁੱਖ ਆਪਣੇ ਕੰਮ ਧੰਦੇ ਜਾਂਦਾ, ਵਾਪਸ ਆਪਣੇ ਘਰੇ ਮੁੜ ਜਾਂਦਾ ਹੈ ਕਿ ਅੱਜ ਮੇਰਾ ਕੰਮ ਨਹੀਂ ਬਣਨਾ, ਇਹ ਭੂਤ ਪ੍ਰੇਤ ਜਿਉਂਦਾ ਜਿੰਨ ਮੇਰੇ ਅੱਜ ਮੱਥੇ ਲੱਗ ਗਿਆ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰਬਾਣੀ ਦੀ ਇੱਕ ਪੰਕਤੀ ਬਦਲਣ ਦੇ ਬਾਬਤ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਸਪੁੱਤਰ ਨੂੰ ਵੀ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੀ, ਤੇ ਨਾ ਹੀ ਅੱਜ ਤੋਂ ਬਾਅਦ ਜਿਹੜਾ ਇਹਨਾਂ ਦੇ ਕੋਲ ਬੈਠੂਗਾ ਉਹ ਵੀ ਸਾਡਾ ਸਿੱਖ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਅਨਮੋਲ ਬਚਨ ਸਮੇਂ ਦੇ ਨਾਲ ਆਪਾਂ ਸਾਰੀ ਸੰਗਤ ਸਰਵਣ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਸਮਾਪਤੀ ਦਾ ਸਮਾਂ ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।